ਹੁਣ ਪੇਸ਼ ਹੈ ਕਹਾਣੀ ਗੁਰਪ੍ਰੀਤ ਦੀ ਜ਼ੁਬਾਨੀ। ਰੈਡ FM ਤੁਸੀਂ ਸੁਣ ਰਹੇ ਹੋ ਤੇ ਅੱਜ ਕਹਾਣੀ ਤੁਹਾਡੇ ਵਾਸਤੇ ਪੇਸ਼ ਕਰਨੀ ਹੈ। ਕਹਾਣੀ ਦਾ ਸਿਰਲੇਖ ਹੈ ਬੱਸ ਕੰਡਕਟਰ, ਲਿਖੀ ਗਈ ਹੈ ਦਲੀਪ ਕੌਰ ਟਿਵਾਣਾ ਜੀ ਵੱਲੋਂ। ਇਹਦੇ 'ਚ ਜਿਹੜੇ ਪਾਤਰ ਨੇ, ਮੁੱਖ ਪਾਤਰ ਬੱਸ ਕੰਡਕਟਰ ਹੀ ਹੈ ਤੇ ਨਾਲ ਜਿਹੜੀ ਸਫ਼ਰ ਕਰਨ ਵਾਲੀ ਹੈ ਉਹ ਲੇਡੀ ਡਾਕਟਰ ਹੈ। ਨਵੀਂ ਬਦਲੀ ਹੋਈ ਤੇ ਉਹ ਪਾਲੀ ਜਿਹੜੀ ਕਿ ਬੱਸ 'ਚ ਸਫ਼ਰ ਕਰਦੀ ਹੈ। ਕੰਡਕਟਰ ਜੀਤ ਉਹਦਾ ਬਹੁਤ ਹੀ ਖਿਆਲ ਰੱਖਦਾ। ਉਹਨੂੰ ਓਪਰਾ ਜਿਹਾ ਲੱਗਦਾ ਹੈ, ਅਜੀਬ ਲੱਗਦਾ ਹੈ ਕਿ ਇੰਨਾ ਖਿਆਲ ਇਹ ਕਿਉਂ ਰੱਖਦਾ ਹੈ, ਇਹ ਕਿਉਂ ਐਵੇਂ ਝਾਕਦਾ ਹੈ ਮੇਰੇ ਵੱਲ। ਅਤੇ ਕੋਈ ਵੀ ਕੁੜੀ ਜਿਹੜੀ ਹੈ ਉਹ ਮਹਿਸੂਸ ਕਰੇਗੀ ਕਿ ਇਹ ਜਾਣ ਬੁੱਝ ਕੇ ਮੇਰੇ ਵੱਲ ਦੇਖਦਾ। ਹੁਣ ਤੁਸੀਂ ਇਹ ਵੀ ਇਸ ਕਹਾਣੀ ਨੂੰ ਲਿਖਿਆ ਬਹੁਤ ਚਿਰ ਹੋ ਗਿਆ ਅਤੇ ਕਹਾਣੀ ਤੋਂ ਪਤਾ ਲੱਗ ਜਾਊਗਾ ਕਿ ਜਦੋਂ ਕਿਸੇ ਲੇਡੀ ਡਾਕਟਰ ਦੀ ਤਨਖਾਹ 300 ਰੁਪਇਆ ਹੋਵੇ ਤਾਂ ਕਿਹੜਾ ਟਾਈਮ ਹੋਊਗਾ। ਅਤੇ ਮੈਂ 70s ਦੇ ਵਿੱਚ ਚਲੀ ਜਾਊਂਗੀ ਅਤੇ ਉਮੀਦ ਕਰਦੀ ਹਾਂ ਤੁਸੀਂ ਇਸ ਕਹਾਣੀ ਨੂੰ ਪਸੰਦ ਕਰੋਗੇ। ਸੁਣਨਾ, ਲਗਾਤਾਰ ਬਣਾਏ ਰੱਖਣਾ ਹੁੰਗਾਰਾ ਵੀ ਅਤੇ ਦੱਸਣਾ ਵੀ ਕਿ ਕਿਵੇਂ ਦੀ ਲੱਗੀ। ਬੱਸ ਕੰਡਕਟਰ। ਲੇਡੀ ਡਾਕਟਰ ਪਾਲੀ ਦੀ ਬਦਲੀ ਨਾਭੇ ਤੋਂ ਪਟਿਆਲੇ ਦੀ ਹੋ ਗਈ। ਘਰ ਦੇ ਕੋਸ਼ਿਸ਼ ਕਰ ਰਹੇ ਸੀਗੇ ਕਿ ਬਦਲੀ ਰੁਕਵਾ ਲਈ ਜਾਵੇ, ਜਿਸ ਕਰਕੇ ਪਟਿਆਲੇ ਮਕਾਨ ਲੈ ਕੇ ਰਹਿਣ ਦੀ ਥਾਂ ਵੱਡੇ ਡਾਕਟਰ ਤੋਂ ਇਜਾਜ਼ਤ ਲੈ ਹਰ ਰੋਜ਼ ਬੱਸ 'ਤੇ ਸਵੇਰੇ ਨਾਭੇ ਤੋਂ ਚਲੀ ਜਾਂਦੀ ਸੀ ਅਤੇ ਆਥਣ ਨੂੰ ਪਰਤ ਆਉਂਦੀ ਹੁੰਦੀ ਸੀਗੀ। ਬੱਸਾਂ ਦੀ ਖੜਖੜ, ਗਰਮੀ, ਪਸੀਨਾ, ਭੀੜ ਅਤੇ ਕੰਡਕਟਰਾਂ ਦੀਆਂ ਬੇਹੁਦਾ ਹਰਕਤਾਂ, ਅਸੱਭਿਅ ਗੱਲਾਂ ਤੋਂ ਉਹਦਾ ਜੀਅ ਬਹੁਤ ਕਾਹਲਾ ਪੈਂਦਾ ਸੀਗਾ। ਪਰ ਕੁਝ ਦਿਨਾਂ ਦੀ ਤਾਂ ਗੱਲ ਹੈ, ਇਹ ਸੋਚ ਕੇ ਉਹ ਸਭ ਕੁਝ ਜ਼ਰ ਲੈਂਦੀ ਸੀ। ਜਿਸ ਦਿਨ ਜੀਤ ਦੀ ਉਸ ਬੱਸ 'ਤੇ ਡਿਊਟੀ ਹੁੰਦੀ ਉਹ ਥੋੜ੍ਹੀ ਸੌਖੀ ਰਹਿੰਦੀ, ਕਿਉਂਕਿ ਕੰਡਕਟਰ ਹੁੰਦਾ ਹੋਇਆ ਵੀ ਉਹ ਬੜਾ ਹੀ ਸਾਊ ਜਿਹਾ ਦਿਸਦਾ ਹੁੰਦਾ ਸੀ। ਇਹ ਬੈਗ ਵਾਲੀ ਕੁੜੀ ਕਾਸੇ ਵਿੱਚ ਨੌਕਰ ਕਰਦੀ ਹੈ। ਇੱਕ ਦਿਨ ਇੱਕ ਭਾਈ ਨੇ ਜੀਤ ਨੂੰ ਪੁੱਛਿਆ, ਕੰਡਕਟਰ ਜੀਤ ਨੂੰ ਪੁੱਛਿਆ ਕਿ ਇਹ ਕੀ ਕਰਦੀ ਹੈ। ਆਹੋ ਜੀ, ਡਾਕਟਰਨੀ ਹੈ, ਵੱਡੀ ਡਾਕਟਰਨੀ, ਆਉਂਦੇ ਨੇ ਪੂਰਾ 300 ਰੁਪਈਆ ਤਨਖਾਹ ਲੈਂਦੀ ਹੈ। ਜੀਤ ਨੇ ਟਿਕਟ ਫੜਾਉਂਦਿਆਂ ਹੌਲੀ ਜਿਹੀ ਦੱਸਿਆ ਸੀਗਾ। ਜੀ ਅੱਜ ਕੱਲ੍ਹ ਤਾਂ ਕੁੜੀਆਂ ਵੀ ਆਦਮੀਆਂ ਤੋਂ ਵੱਧ ਕਮਾਉਂਦੀਆਂ, ਤਾਂ ਹੀ ਤਾਂ ਆਦਮੀਆਂ 'ਤੇ ਰੋਹਬ ਹੈ। ਫੇਰ ਜੀ ਭਾਵੇਂ ਕਿੰਨਾ ਹੀ ਕਮਾਉਣ, ਘਰਾਣਿਆਂ ਦੀਆਂ ਕਾਹਨੂੰ ਆਦਮੀਆਂ ਸਾਹਮਣੇ ਅੱਖਾਂ ਚੁੱਕਦੀਆਂ ਨੇ। ਅਤੇ ਆਹ ਕੁੜੀ ਡਾਕਟਰਨੀ ਹੈ, ਮੈਂ ਕਈ ਵਾਰ ਪਟਿਆਲੇ ਜਾਂਦਾ ਰਹਿਣਾ, ਦੇਖੀ ਹੈ। ਉਹ ਪਿੱਛੇ ਬੈਠੀ ਸੀਟ 'ਤੇ ਇੱਕ ਹੋਰ ਸਵਾਰੀ ਬੋਲੀ, ਯਾ ਰੱਬ, ਸਾਡੀ ਵੀ ਕਿਸੇ ਹੋਰ ਆਦਮੀ ਨੇ ਫਿਕਰਾ ਛੱਡਿਆ। ਜਦੋਂ ਟਿਕਟ ਫੜਾਉਂਦਿਆਂ ਗੁਲਾਬੀ ਜਿਹੇ ਕੁੜਤੇ ਵਾਲੇ ਧੇਲੇ ਦੇ ਸ਼ੌਕੀਨ ਵੱਲ ਜੀਤ ਨੇ ਘੂਰ ਕੇ ਦੇਖਿਆ ਅਤੇ ਆਖਿਆ, ਕਿਉਂ ਬਈ, ਉਹ ਜਾਣ ਦੀ ਸਲਾਹ ਹੈ ਕਿ ਲਾਹ ਦਿਆਂ ਹੁਣੇ ਹੀ ਭੁੰਜੇ ਇਹੋ ਜਿਹੀਆਂ ਗੱਲਾਂ ਕਰਦਾ ਹੈ। ਕੰਡਕਟਰ ਨੇ ਡਾਕਟਰਨੀ ਦੇ ਪੱਖ 'ਚ ਗੱਲ ਕੀਤੀ ਅਤੇ ਦੂਸਰੀ ਸਵਾਰੀ ਨੂੰ ਜਾਣ ਨੂੰ ਧਮਕੀ ਦਿੱਤੀ। ਉਹ ਮੈਂ ਤਾਂ ਕੰਡਕਟਰ ਸਾਹਿਬ ਕੁਝ ਨਹੀਂ ਆਖਿਆ, ਐਵੇਂ ਕਾਹਨੂੰ ਗਰਮ ਹੋਈ ਜਾਂਦੇ ਹੋ। ਪਾਲੀ ਨੂੰ ਜਦੋਂ ਜੀਤ ਨੇ ਟਿਕਟ ਫੜਾਇਆ ਤਾਂ ਉਹ ਅੱਗਿਓਂ 10 ਦਾ ਨੋਟ ਕੱਢ ਕੇ ਦੇਣ ਲੱਗੀ। ਭਾਨ ਤਾਂ ਹੈ ਨਹੀਂ ਮੇਰੇ ਕੋਲ, ਚਲੋ ਪੈਸੇ ਕੱਲ੍ਹ ਦੇ ਦੇਣਾ ਤੁਸੀਂ, ਇਹ ਆਖ ਕੇ ਉਹ ਅਗਾਂਹ ਲੰਘ ਗਿਆ। ਅੱਗੋਂ ਇੱਕ ਬੁੜੀ ਨੇ ਹੋਰ 10 ਦਾ ਨੋਟ ਹੀ ਕੱਢਿਆ। ਮੈਂ ਟੁੱਟੇ ਹੋਏ ਨਹੀਂ ਹੈਗੇ ਮੇਰੇ ਕੋਲ, 10.5 ਆਨੇ ਸਾਰਾ ਭਾੜਾ ਨਾ ਤੇ ਐਡਾ ਸਾਰਾ ਨੋਟ ਕੱਢ ਫੜਾਤਾ। ਚੰਗਾ ਜਾ ਪੈਸੇ ਭਨਾ ਲਿਆ ਉਤਰ ਕੇ। ਜੀਤ ਨੇ ਜ਼ਰਾ ਸਖਤ ਆਵਾਜ਼ 'ਚ ਉਸ ਬਜ਼ੁਰਗ ਨੂੰ ਕਿਹਾ, ਵੇ ਪੁੱਤਾ, ਇੰਨੇ ਨੂੰ ਬੱਸ ਨਾ ਤੁਰ ਪਵੇ, ਮੈਂ ਤਾਂ ਜ਼ਰੂਰੀ ਜਾਣਾ ਹੈ, ਤੂੰ ਬਾਕੀ ਪੈਸੇ ਮੈਨੂੰ ਪਟਿਆਲੇ ਜਾ ਕੇ ਦੇ ਦੀ। ਸੋਨੇ ਤਰਲਾ ਪਾਇਆ। ਅੱਛਾ ਮਾਈ ਬੈਠ ਜਾ। ਪਾਲੀ ਆਪਣੇ ਹਸਪਤਾਲ, ਮਰੀਜ਼ਾਂ, ਦਵਾਈਆਂ, ਨਰਸਾਂ, ਡਿਊਟੀਆਂ ਬਾਰੇ ਸੋਚ ਰਹੀ ਸੀ ਕਿ ਬੱਸ ਰਖੜਾ ਕਲਿਆਣ ਤੇ ਰੌਣੀ ਪਿੱਛੇ ਛੱਡਦੀ ਹੋਈ ਚੁੰਗੀ ਦੇ ਕੋਲ ਪਹੁੰਚ ਗਈ। ਯਾਰ ਅੱਜ ਇੱਧਰ ਦੀ ਚੱਲੀ, ਨੀਲਾ ਭਵਨ ਕੰਨੀ ਦੀ, ਕੰਡਕਟਰ ਨੇ ਡਰਾਈਵਰ ਨੂੰ ਆਖਿਆ। ਗੁਰਦੁਆਰੇ ਵੱਲ ਨੂੰ ਜਾਣ ਵਾਲੀਆਂ ਸਵਾਰੀਆਂ ਜ਼ਰਾ ਕੁ ਬੁੜਬੜਾਈਆਂ, ਬਈ ਹੁਣ ਕਿੱਧਰੋਂ ਦੀ ਲੈ ਚੱਲੇ ਆ, ਬੱਸ ਮੁੜ ਕੇ ਸਿੱਧੀ ਸੜਕੇ ਵੀ ਪੈ ਚੁੱਕੀ ਕਿ ਨਹੀਂ। ਅਤੇ ਉਹਨਾਂ ਨੇ ਕਿਹਾ, ਪਾਲੀ ਨੂੰ ਆਖਣ ਲੱਗਾ, ਤੁਸੀਂ ਇੱਧਰ ਉਤਰ ਜਾਓ ਜੀ, ਹਸਪਤਾਲ ਤੁਹਾਨੂੰ ਨੇੜੇ ਰਹੂਗਾ। ਸਵਾਰੀਆਂ ਸਮਝ ਗਈਆਂ ਕਿ ਇਹ ਪਾਲੀ ਨੂੰ ਹਸਪਤਾਲ ਦੇ ਨੇੜੇ ਛੱਡਣਾ ਚਾਹੁੰਦਾ ਸੀ। ਪਾਲੀ ਕਾਹਲੀ ਨਾਲ ਉਤਰ ਗਈ। ਉਹ ਉਹਦਾ ਧੰਨਵਾਦ ਕਰਨਾ ਵੀ ਭੁੱਲ ਗਈ। ਵਿਚਾਰਾ ਬੜਾ ਚੰਗਾ ਕੰਡਕਟਰ ਹੈ, ਉਹਨੂੰ ਇੱਕ ਵਾਰ ਤਾਂ ਖਿਆਲ ਇਹ ਆਇਆ ਕਿ ਕਿੰਨਾ ਚੰਗਾ ਹੈ, ਖਿਆਲ ਕੀਤਾ ਉਹਨੇ ਮੇਰਾ। ਅੱਜ ਸ਼ਾਮ ਨੂੰ ਵਾਪਸ ਜਾਣ ਲੱਗਿਆਂ ਜਦੋਂ ਬੱਸ ਅੱਡੇ 'ਤੇ ਪਹੁੰਚੀ ਤਾਂ ਬੱਸ ਭਰ ਚੁੱਕੀ ਸੀ।
ਬੜੀ ਔਖੀ ਹੋ ਕੇ ਪੌਣਾ ਘੰਟਾ ਦੂਸਰੀ ਬੱਸ ਦਾ ਇੰਤਜ਼ਾਰ ਕੀਤਾ। ਕਿਸੇ ਬੱਸ ਦਾ ਇੱਕ ਕੰਡਕਟਰ ਕਮੀਜ਼ ਦੇ ਗਲਮੇ ਦੇ ਬਟਨ ਖੋਲ ਅਵਾਰਾ ਫਿਲਮ ਦਾ ਗਾਣਾ ਗੁਣਗੁਣਾਉਂਦਾ 2-3 ਵਾਰ ਉਹਦੇ ਮੋਹਰਿਓਂ ਦੀ ਲੰਘ ਗਿਆ ਸੀ। ਇੱਕ ਮੰਗਤੀ ਨੂੰ ਆਨਾ ਦੇ ਕੇ ਉਹ ਮਸਾਂ ਗਲੋਂ ਲਾਇਆ ਉਸ ਮੰਗਤੀ ਨੂੰ। ਪਤਾ ਨਹੀਂ ਕਿਉਂ ਲੋਕੀ ਉਸ ਵੱਲ ਅੱਖਾਂ ਪਾੜ-ਪਾੜ ਤੱਕਦੇ ਸੀਗੇ ਕੱਲੀ ਖੜੀ ਨੂੰ ਦੇਖ ਕੇ। ਅਗਲੇ ਦਿਨ ਫੇਰ ਚਾਂਸ ਅਜਿਹਾ ਹੋਇਆ ਕਿ ਜਦੋਂ ਨਾਭੇ ਅੱਡੇ ਤੇ ਪਹੁੰਚੀ ਤਾਂ ਬੱਸ ਭਰ ਚੁੱਕੀ ਸੀਗੀ ਤੇ ਬਿਨਾਂ ਟਿਕਟੋਂ ਵਾਧੂ ਸਵਾਰੀਆਂ ਨੂੰ ਜੀਤ ਫੜ ਉਤਾਰ ਰਿਹਾ ਸੀਗਾ। ਹੁਣ ਕੰਡਕਟਰ ਜੀਤ ਬਾਕੀਆਂ ਨੂੰ ਲਾਹ ਰਿਹਾ ਸੀਗਾ। ਜੀਤ ਇੱਕ ਪਲ ਉਹਦੇ ਕੋਲ ਆਇਆ ਤੇ ਆਖਣ ਲੱਗਾ, ਤੁਸੀਂ ਨਾ ਬੱਸ 'ਚ ਜਾ ਕੇ ਅਗਲੀ ਸੀਟ ਤੇ ਰੱਖ ਲਓ। ਝੋਲਾ ਰੱਖਿਆ ਉੱਥੇ, ਝੋਲਾ ਚੱਕ ਲਈਓ ਤੇ ਉੱਥੇ ਬਹਿ ਜਾਈਓ, ਤੁਹਾਡੀ ਖਾਤਰ ਸੀਟ ਰੱਖੀ ਹੈ ਮੈਂ। ਕਈ ਘੂਰਦੀਆਂ ਨਜ਼ਰਾਂ ਕੋਲੋਂ ਲੰਘ ਪਾਲੀ ਸੀਟ ਤੇ ਜਾ ਬੈਠੀ ਤੇ ਫੇਰ ਜੀਤ ਨੇ ਝੱਟ ਬੱਸ ਨੂੰ ਚੱਲਣ ਦੀ ਘੰਟੀ ਮਾਰੀ। ਇਹ ਤਾਂ ਵਿਚਾਰਾ ਬੜਾ ਚੰਗਾ ਕੰਡਕਟਰ ਹੈ, ਪਾਲੀ ਦੇ ਦਿਲ 'ਚ ਇੱਕ ਵਾਰੀ ਖਿਆਲ ਆਇਆ। ਬਦਲੀ ਮੁੜ ਨਾਭੇ ਦੀ ਕਾਰਨ ਵਿੱਚ ਜਿਉਂ-ਜਿਉਂ ਦੇਰ ਹੋ ਰਹੀ ਸੀਗੀ ਪਾਲੀ ਨੂੰ ਦੁੱਖ ਹੁੰਦਾ ਸੀਗਾ। ਬੱਸਾਂ ਦੀ ਖੜਖੜ ਫੇਰ ਨਿਕਲ ਜਾਣਾ, ਇਹੀ ਡਰ ਦਿਮਾਗ ਤੇ ਚੜੇ ਰਹਿਣਾ, ਆਣਾ ਜਾਣਾ ਕਿੰਨਾ ਔਖਾ ਆ। ਕਈ ਵਾਰੀ ਕਦੇ ਮੋਟੀਆਂ ਸਵਾਰੀਆਂ ਨਾਲ ਬੈਠਣਾ ਪੈਂਦਾ ਸੀਗਾ, ਉਹ ਵਧੀਆ ਕੱਪੜੇ ਵੱਟੋ ਵੱਟ ਹੋ ਜਾਂਦੇ ਸੀਗੇ, ਪਸੀਨੇ ਦੀ ਬੋ ਵੀ ਆਉਂਦੀ ਤੇ ਉਹਦੇ ਨਾਲ ਸਿਰ ਚਕਰਾਉਣ ਲੱਗਦਾ। ਫਿਰ ਇੱਕ ਦਿਨ ਪਾਲੀ ਜਦੋਂ ਟਿਕਟ ਦੇ ਪੈਸੇ ਦੇਣ ਲੱਗੀ ਤਾਂ ਨਹੀਂ ਬੀਬੀ ਰਹਿਣ ਦਿਓ ਆਖ ਕੇ ਕੰਡਕਟਰ ਜੀਤ ਫੇਰ ਅਗਾਂਹ ਲੰਘ ਗਿਆ। ਨਹੀਂ ਬਈ ਪੈਸੇ ਲੈ ਲੈ, ਪਾਲੀ ਨੇ ਫਿਰ ਜ਼ੋਰ ਲਾਤਾ। ਕੀ ਫਰਕ ਪੈ ਚੱਲਿਆ ਹੈ, ਉਹ ਆਖ ਕੇ ਫੇਰ ਅੱਗੇ ਨੂੰ ਜਾਣ ਲੱਗਿਆ, ਕਿਸੇ ਨੂੰ ਟਿਕਟ ਦੇਣ ਲੱਗ ਪਿਆ। ਝਗੜਾ ਕਰਦਿਆਂ ਪਾਲੀ ਨੂੰ ਬਹੁਤ ਸੰਗ ਲੱਗਦੀ ਸੀ ਤੇ ਉਹ ਚੁੱਪ ਕਰਕੇ ਬੈਠ ਗਈ। ਪਰ ਸਾਰੇ ਰਾਹ ਉਹ ਹੈਰਾਨ ਹੁੰਦੀ ਰਹੀ ਕਿ ਕੰਡਕਟਰ ਨੇ ਉਹਦੇ ਕੋਲੋਂ ਪੈਸੇ ਕਿਉਂ ਨਹੀਂ ਲਏ। ਉਹਨੂੰ ਇਹ ਚੰਗਾ ਵੀ ਨਹੀਂ ਸੀ ਲੱਗਦਾ। 300 ਰੁਪਈਆ ਕਮਾਉਣ ਵਾਲੀ ਆ, 10.5 ਆਨੇ ਭਲਾ ਕੀ ਮਾਇਨੇ ਰੱਖਦੇ ਆ ਮੇਰੇ ਲਈ, ਤੇ ਲੈਂਦਾ ਕਿਉਂ ਨਹੀਂ ਮੇਰੇ ਤੋਂ, ਮੇਰੇ ਤੇ ਕਾਹ ਤੇ ਇੰਨੇ ਫੇਵਰਸ ਕਰਦਾ ਹੈ। ਹੋਇਆ ਕੀ, ਫਿਰ ਇਹ ਸਭ ਦੇ ਚੱਲਦਿਆਂ ਇੱਕ ਦਿਨ ਪਾਲੀ ਜਾਣ ਬੁੱਝ ਕੇ 5 ਮਿੰਟ ਦੇਰ ਗਈ, ਲੇਟ ਗਈ। ਉਹਨੇ ਸੋਚਿਆ ਕਿ ਅੱਜ ਬੱਸ ਤੇ ਨਹੀਂ ਸਗੋਂ ਦੂਸਰੀ ਉਹ ਵਾਲੀ ਬੱਸ ਤੇ ਨਹੀਂ ਦੂਸਰੀ ਬੱਸ ਤੇ ਜਾਵਾਂਗੀ, ਹੋਰ ਰੋਡਵੇਜ਼ ਦੀ ਬੱਸ ਲੈ ਲੈਣੀ। ਕੀ ਫਜ਼ੂਲ ਗੱਲ ਹੈ ਕਿ ਪੈਸੇ ਹੀ ਨਹੀਂ ਲਏ ਜਾਣ। ਪਰ ਉਹ ਦੇਖ ਕੇ ਹੈਰਾਨ ਹੋਈ ਕਿ ਡਰਾਈਵਰ ਬੱਸ ਸਟਾਰਟ ਕਰੀ ਖੜਾ ਸੀ ਤੇ ਕੰਡਕਟਰ ਨੂੰ ਆਵਾਜ਼ਾਂ ਮਾਰ ਰਿਹਾ ਸੀ, ਓਏ ਆਉਂਦਾ ਨਹੀਂ ਹੁਣ, ਕਿਉਂ ਭੇਰਮੀ ਵੱਡੀ ਆ, ਐਡੀ ਛੇਤੀ ਜਾਣੀ, ਮੀਂਹ ਆਉਂਦਾ ਆ। ਜੀਤ ਨੇ ਹੌਲੀ ਹੌਲੀ ਆਉਂਦਿਆਂ ਆਖਿਆ, ਅੱਗੇ ਪਹੁੰਚਣਾ ਹੈ ਕਿ ਨਹੀਂ, ਮੜਕਾਂ ਨਾਲ ਹੀ ਆਉਣਾ ਹੈ। ਡਰਾਈਵਰ ਫੇਰ ਬੋਲਿਆ, ਚਲੋ ਬੀਬੀ ਅਗਲੀ ਸੀਟ ਤੇ। ਤਾਕੀ ਖੋਲਦਿਆਂ ਪਾਲੀ ਨੂੰ ਉਹਨੇ ਆਖਿਆ, ਆਜੋ ਆਜੋ ਬਹਿ ਜਾਓ ਬਹਿ ਜਾਓ। ਅੱਛਾ, ਫਿਰ ਡਰਾਈਵਰ ਬੋਲਿਆ, ਮੇਮ ਸਾਹਿਬਾਂ ਤੋਂ ਬਿਨਾਂ ਬੱਸ ਕਿਵੇਂ ਤੁਰ ਪੈਂਦੀ। ਨਾਲੇ ਪਿੱਛੋਂ ਸਵਾਰੀਆਂ ਨੂੰ ਵੀ ਪਤਾ ਲੱਗਣ ਲੱਗ ਗਿਆ ਜਿਹੜੀਆਂ ਰੋਜ਼ ਦੀਆਂ ਆਣ ਜਾਣ ਵਾਲੀਆਂ ਸੀਗੀਆਂ। ਹੌਲੀ ਜਿਹੀ ਬੋਲਿਆ ਕਿਸੇ ਨੇ ਤੇ ਪਤਾ ਲੱਗ ਗਿਆ ਪਾਲੀ ਨੂੰ। ਜੀਤ ਨੇ ਘੂਰ ਕੇ ਜਦੋਂ ਉਹਦੇ ਵੱਲ ਦੇਖਿਆ ਨਾ, ਸਵਾਰੀ ਵੱਲ, ਸਭ ਚੁੱਪ ਕਰ ਗਏ। ਬੱਸ ਤੁਰ ਪਈ। ਪਾਲੀ ਨੇ ਪੈਸੇ ਕੱਢੇ ਪਰ ਉਹਦੇ ਵਾਰ-ਵਾਰ ਆਖਣ ਤੇ ਵੀ ਕੰਡਕਟਰ ਜੀਤ ਨੇ ਨਾ ਕਰ ਦਿੱਤੀ। ਪਾਲੀ ਨੂੰ ਡਾਢਾ ਗੁੱਸਾ ਆਇਆ। ਅੱਜ ਇਸ ਬੇਈਮਾਨੀ ਵਿੱਚ ਮੈਨੂੰ ਵੀ ਹਿੱਸੇਦਾਰ ਬਣਾ ਰਿਹਾ, ਪਰ ਕਿਹੜਾ ਪੈਸੇ ਲੈ ਕੇ ਟਿਕਟ ਨਹੀਂ ਕੱਟਦਾ। ਖੈਰ ਕੰਪਨੀ ਨਾਲ ਤਾਂ ਧੋਖਾ ਹੀ ਹੈ ਨਾ। ਉਹ ਸੋਚ ਹੀ ਰਹੀ ਸੀ ਕਿ ਬੱਸ ਖੜੀ ਕਰ ਇੱਕ ਚੈਕਰ ਚੜ੍ਹ ਪਿਆ। ਲੋਕਾਂ ਦੀਆਂ ਉਹ ਜਦੋਂ ਟਿਕਟਾਂ ਦੇਖ ਰਿਹਾ ਸੀ ਤਾਂ ਪਾਲੀ ਨੂੰ ਫਿਰ ਤਰੇਲੀਆਂ ਆਉਣ ਲੱਗੀਆਂ ਕਿ ਹਾਂ ਹੁਣ ਮੇਰੇ ਤੋਂ ਤਾਂ ਟਿਕਟ ਹੀ ਨਹੀਂ ਹੈਗੀ, ਇਹਨੇ ਫੜਾਈ ਹੀ ਨਹੀਂ। ਕਿੱਡੀ ਸ਼ਰਮ ਦੀ ਗੱਲ ਹੈ ਕਿ ਮੇਰੇ ਕੋਲ ਟਿਕਟ ਹੀ ਨਹੀਂ ਹੈ। ਮੈਂ ਆਖ ਦਿਆਂਗੀ ਕਿ ਕੰਡਕਟਰ ਨੇ ਨਹੀਂ ਦਿੱਤੀ, ਮੈਂ ਮੰਗੀ ਸੀ। ਉਹ ਸੋਚਣ ਲੱਗੀ, ਪਰ ਫਿਰ ਇਹ ਵੀ ਸੋਚਣ ਲੱਗੀ, ਪਰ ਵਿਚਾਰਾ ਫਸ ਗਿਆ। ਨਹੀਂ ਕਹਿ ਦਿਆਂਗੀ ਕਿ ਮੈਂ ਲੈਣਾ ਭੁੱਲ ਗਈ, ਪਰ ਨਹੀਂ, ਮੈਂ ਕਾਹਨੂੰ ਝੂਠ ਬੋਲਾਂ। ਅੰਦਰੋਂ ਅੰਦਰ ਹੀ ਬਸ ਆਪਣੇ ਨਾਲ ਹੀ ਬਹਿਸ ਕਰਨ ਲੱਗ ਗਈ ਪਾਲੀ। ਐਨੇ ਨੂੰ ਚੈਕਰ ਉਹਦੇ ਕੋਲ ਆ ਪਹੁੰਚਿਆ। ਜੀ ਟਿਕਟ, ਉਹਨੇ ਆਖਿਆ ਤੇ ਜੀਤ ਨੇ ਫਿਰ ਕੰਡਕਟਰ ਨੇ ਪਿੱਛੋਂ ਆਪਣੀ ਜੇਬ ਵਿੱਚੋਂ ਟਿਕਟ ਕੱਢ ਕੇ ਕਿਹਾ, ਇਹ ਬੀਬੀ ਮੇਰੀ ਭੈਣ ਹੈ, ਇਹਨਾਂ ਦੀ ਟਿਕਟ ਮੇਰੇ ਕੋਲ ਹੈ। ਭਾਈ ਸਾਹਿਬ ਟਿਕਟ ਮੇਰੇ ਕੋਲ ਹੈ, ਮੇਰੀ ਭੈਣ ਹੈ। ਟਿਕਟ ਦੇਖ ਕੇ ਚੈਕਰ ਇੱਕ ਵਾਰੀ ਗੋਡਿਆਂ ਤੋਂ ਘਸੇ ਪਜਾਮੇ ਤੇ ਕੂਹਣੀਆਂ ਤੋਂ ਫਟੇ ਖਾਕੀ ਕੱਪੜਿਆਂ ਵਾਲੇ ਕੰਡਕਟਰ ਤੇ ਕੀਮਤੀ ਸਾੜੀ ਵਾਲੀ ਡਾਕਟਰਨੀ ਵੱਲ ਤੱਕ ਕੇ ਅੱਖਾਂ ਹੀ ਅੱਖਾਂ 'ਚ ਮੁਸਕਰਾਇਆ। ਜੀਤ ਲੋਹਾ ਲਾਖਾ ਹੋ ਗਿਆ ਕਿ ਇਹਨੇ ਇਦਾਂ ਕਿਉਂ ਤੱਕਿਆ ਸਾਨੂੰ। ਚੈਕਰ ਛੇਤੀ ਨਾਲ ਉਸ ਬੱਸ ਵਿੱਚੋਂ ਉਤਰ ਗਿਆ। ਪਾਲੀ ਹੈਰਾਨ ਪਰੇਸ਼ਾਨ ਸੋਚ ਰਹੀ ਸੀ, 60 ਰੁਪਇਆਂ ਵਿੱਚ ਗੁਜ਼ਾਰਾ ਕਰਨ ਵਾਲਾ ਖਬਰੇ ਕਿਸੇ ਦਿਨ ਰੋਟੀ ਖਾਣੋਂ ਵੀ ਐਵੇਂ ਰਹਿ ਕੇ ਮੇਰੀ ਟਿਕਟ ਦੇ ਪੈਸੇ ਪੂਰੇ ਕਰਦਾ ਹੋਵੇ। ਹਸਪਤਾਲ ਵਿੱਚ ਉਹਨੂੰ ਕਿੰਨੀ ਵਾਰੀ ਇਹ ਗੱਲ ਯਾਦ ਆਈ ਤੇ ਉਹ ਡਾਢੀ ਬੇਚੈਨ ਹੋਈ। ਸ਼ਾਮ ਨੂੰ ਜਦੋਂ ਉਹ ਅੱਡੇ ਤੇ ਪਹੁੰਚੀ ਤਾਂ ਹੌਲੀ ਹੌਲੀ ਤੁਰਦਾ
ਉਦਾਸ ਜੀਤ ਉਹਦੇ ਕੋਲ ਆਇਆ। ਮੇਰੀ ਵੱਡੀ ਭੈਣ ਵੀ ਲਾਹੌਰ ਡਾਕਟਰੀ ਪੜ੍ਹਾਈ ਕਰਦੀ ਹੁੰਦੀ ਸੀਗੀ। ਹੱਲਿਆਂ ਵੇਲੇ ਉੱਥੇ ਹੀ ਮਾਰੀ ਗਈ, ਬਾਕੀ ਦੇ ਵੀ ਮਾਰੇ ਗਏ ਮੇਰੇ ਨਾਲ ਦੇ। ਮੈਂ ਰੁਲਦਾ ਖੁੱਲਦਾ ਇੱਧਰ ਆ ਗਿਆ। ਪੜ੍ਹਾਈ ਵੀ ਕਿੱਥੋਂ ਹੋਣੀ ਸੀ ਮੇਰੇ ਕੋਲ, ਕਈ ਵਾਰੀ ਤਾਂ ਰੋਟੀ ਵੀ ਨਸੀਬ ਨਹੀਂ ਸੀ ਹੁੰਦੀ। ਫਿਰ ਮੈਂ ਕੰਡਕਟਰ ਬਣ ਗਿਆ। ਤੁਹਾਡਾ ਬੈਗ ਤੇ ਟੂਟੀਆਂ ਜਿਹੀਆਂ ਦੇਖ ਕੇ ਮੈਨੂੰ ਅਮਰਜੀਤ ਦੀ ਯਾਦ ਆ ਜਾਂਦੀ ਸੀ ਤੇ ਉਹਦਾ ਅੱਗੇ ਗਲਾ ਭਰਿਆ ਆ। ਬੋਲ ਨਹੀਂ ਪਾਇਆ ਕੁਛ। ਫਿਰ ਪਾਲੀ ਫਿਰ ਇਹ ਗੱਲ ਸੁਣ ਕੇ ਡਾਢੀ ਬੇਚੈਨ ਹੋਈ। ਉਹਨੂੰ ਸਮਝ ਨਾ ਲੱਗੇ ਕਿ ਕੀ ਆਖੇ ਹੁਣ ਕੰਡਕਟਰ ਜੀਤ ਨੂੰ। ਇੰਨੇ ਨੂੰ ਬੱਸ ਆ ਗਈ। ਉਹ ਕਾਹਲੀ ਨਾਲ ਉੱਧਰ ਨੂੰ ਤੁਰ ਪਿਆ ਤੇ ਪਾਲੀ ਉਹਨੂੰ ਜਾਂਦੇ ਨੂੰ ਡਾਢੀਆਂ ਮੂੰਹ ਭਿੱਜੀਆਂ ਅੱਖਾਂ ਨਾਲ ਤੱਕਦੀ ਹੀ ਰਹਿ ਗਈ। ਇਹ ਸੀ ਕਹਾਣੀ ਬੱਸ ਕੰਡਕਟਰ।